वਡयाई करना परमेश्वर कि अज का जो कलाम जो वचन परमेश्वर मैं तेरे सन्मुख तेरे बच्चों के विच असीं सब ने पढ़ना ते सुनना परमेश्वर खुदावंद खुदा ये वचन इन्हां दी जिंदगी च काम करे परमेश्वर खुदावंद खुदा कि मैनू भी बरकत देना तेरी पाक रूप पवित्र आत्मा नूं इनवाइट करदा कि लफज देना Yes, जो Lord. मैं इस समय Hallelujah. मेरे भैणां भरावां दे विच इस वचन नूं दे सकां। सारी बरकत सारा जलाल तेरे नाम नूं जांदा है क्योंकि तुसीं ही महान हो। तुहाडे प्यारे पुत्र प्रभु यीशु मसीह दे नाम च मंगदे हां। Amen. आमीन 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 हालेलुया। Hallelujah. सो अज दा जिहड़ा वचन है मैं जुन्ना दी किताब जिहड़ी पुराने नेम दे विच है इस दे विचों शेयर करदा ते मेरी पूरी उम्मीद है पूरा विश्वास है कि बहुत मेरे भैणां भरावां नूं जुनाह दे बारे पता होवेगा कि जुनाह एक नबी सीगा पुराने नेम दे विच ते ओहदी जिहड़ी किताब आ असीं ओहदे विचों देखदे हां कि जुनाह नूं एक काम दित्ता गया सी परमेश्वर दी तरफ तो एक मकसद दित्ता गया सीगा। असीं अज उस मकसद दे बारे देखांगे कि साਡੀਆਂ ਜ਼ਿੰਦਗੀਆਂ ਦਾ ਕੀ ਮਕਸਦ ਹੈ ਕਿ ਸਾਨੂੰ ਪਰਮੇਸ਼ਰ ਨੇ ਸੱਚਮੁੱਚ ਜਿਹੜਾ ਮਕਸਦ ਹੈ ਉਹ ਸਾਨੂੰ ਦੇ ਦਿੱਤਾ ਹੈ। ਅਗਰ ਦੇ ਦਿੱਤਾ ਕਿ ਸੱਚਮੁੱਚ ਅਸੀਂ ਉਸ ਮਕਸਦ ਦੇ ਉੱਤੇ ਜਾ ਰਹੇ ਹਾਂ ਜਾਂ ਅਸੀਂ ਜਿਹੜਾ ਮਕਸਦ ਸਾਨੂੰ ਦਿੱਤਾ ਅਸੀਂ ਉਸ ਮਕਸਦ ਤੋਂ ਆਪੋਜ਼ਿਟ ਹੋ ਕੇ ਉਹ ਤੋਂ ਉਲਟ ਹੋ ਕੇ ਜਾ ਰਹੇ ਹਾਂ। ਸੋ ਅੱਜ ਅਸੀਂ ਇਹਨਾਂ ਤਿੰਨ ਚੀਜ਼ਾਂ ਦੇ ਬਾਰੇ ਗੱਲਬਾਤ ਕਰਾਂਗੇ। ਪਹਿਲੀ ਚੀਜ਼ ਕਿ ਅਸੀਂ ਦੇਖਾਂਗੇ ਕਿ ਸੱਚਮੁੱਚ ਸਾਨੂੰ ਪਰਮੇਸ਼ਰ ਨੇ ਕੋਈ ਮਕਸਦ ਦਿੱਤਾ ਹੈ। ਦੂਸਰਾ ਕਿ ਜੇ ਮਕਸਦ ਉਹ ਦਿੱਤਾ ਸਾਨੂੰ ਕਿ ਉਹ ਮਕਸਦ ਦੇ ਉੱਤੇ ਅਸੀਂ ਚੱਲ ਰਹੇ ਹਾਂ। ਤੇ ਤੀਜੀ ਚੀਜ਼ ਅਸੀਂ ਇਹ ਦੇਖਾਂਗੇ ਕਿ ਅਗਰ ਮਕਸਦ ਵੀ ਸਾਨੂੰ ਦਿੱਤਾ ਸੀ ਜਿਹੜਾ ਮਿਲਿਆ ਪਰਮੇਸ਼ਰ ਦੀ ਤਰਫ ਤੋਂ ਕਿ ਅਸੀਂ ਉਸ ਮਕਸਦ ਦੇ ਕਿਤੇ ਉਲਟ ਤਾਂ ਨਹੀਂ ਜਾ ਰਹੇ। ਸੋ ਇਹ ਤਿੰਨ ਚੀਜ਼ਾਂ ਨੂੰ ਅੱਜ ਅਸੀਂ ਕੰਟੀਨਿਊ ਕਰਾਂਗੇ। ਜਿਵੇਂ ਅਸੀਂ ਯੂਨਾ ਦੀ ਕਿਤਾਬ ਦੇ ਵਿੱਚ ਪੜ੍ਹਦੇ ਹਾਂ ਕਿ ਯੂਨਾ ਸੀ ਮੈਂ ਜ਼ਿਆਦਾ ਬਰੀਫਲੀ ਬੁੱਕ ਦੀ ਇੱਕ ਆਇਤ ਤੋਂ ਵਿੱਚੋਂ ਨਹੀਂ ਪੜਾਂਗਾ, ਤੁਹਾਨੂੰ ਕਹਾਣੀ ਦੇ ਵਿੱਚੋਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਜਿਵੇਂ ਕਿ ਉਹਦੀ ਪਹਿਲੇ ਚੈਪਟਰ ਦੀ ਦੂਸਰੀ ਆਇਤ ਦੇ ਵਿੱਚ ਲਿਖਿਆ ਕਿ ਜੁਨਾਹ ਦੀ ਬਾਣੀ ਸੀ ਜਿਹੜੀ ਅਮਿੱਤੀ ਦੇ ਪੁੱਤਰ ਜੁਨਾਹ ਨੂੰ ਆਈ ਕਿ ਉੱਠ ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਉਹਨਾਂ ਦੀ ਬੁਰਾਈ ਮੇਰੇ ਸਨਮੁਖ ਉਤਾਹਾਂ ਆਈ ਹੈ। ਨੀਨਵਾ ਇੱਕ ਸ਼ਹਿਰ ਸੀਗਾ ਤੇ ਜਿੱਥੇ ਜਾਣ ਦੇ ਲਈ ਪਰਮੇਸ਼ਰ ਦੀ ਅਗਵਾਈ ਹੋਈ ਸੀ ਜੁਨਾਹ ਨੂੰ ਕਿ ਉਸ ਜਗ੍ਹਾ ਤੇ ਜਾਵੇ ਤੇ ਉਹਨਾਂ ਨੂੰ ਜਾ ਕੇ ਯਹੋਵਾ ਦੀ ਖੁਸ਼ਖਬਰੀ ਦਾ ਵਚਨ ਹੈ ਜਿਹੜਾ ਦੱਸੇ ਤੇ ਉਹਨਾਂ ਨੂੰ ਉਹ ਦੱਸੇ ਕਿ ਯਹੋਵਾ ਦਾ ਜਿਹੜਾ ਕ੍ਰੋਧ ਹੈ, ਜਿਹੜਾ ਉਹਦਾ ਗੁੱਸਾ ਹੈ ਉਹ ਉਹਨਾਂ ਦੇ ਉੱਤੇ ਆਇਆ। ਤੇ ਜੁਨਾਹ ਨੂੰ ਕਿਹਾ ਗਿਆ ਸੀਗਾ ਪਰਮੇਸ਼ਰ ਨੇ ਕਿ ਤੂੰ ਜਾ ਉੱਥੇ ਤੇ ਉੱਥੇ ਜਾ ਕੇ ਪ੍ਰਚਾਰ ਕਰਕੇ 40 ਦਿਨਾਂ ਦੇ ਵਿੱਚ ਜਿਹੜਾ ਨੀਨਵਾ ਸ਼ਹਿਰ ਕੀ ਹੈ ਤਬਾਹ ਹੋ ਜਾਊਗਾ, ਖਤਮ ਹੋ ਜਾਊਗਾ। ਸਹੀ ਗੱਲ ਹੈ ਤੇ ਢਾਇਆ ਜਾਊਗਾ, ਖਤਮ ਕੀਤਾ ਜਾਊਗਾ। ਸੋ ਜੁਨਾਹ ਨੂੰ ਇੱਕ ਮਕਸਦ ਦਿੱਤਾ ਗਿਆ ਸੀ ਪਰਮੇਸ਼ਰ ਦੀ ਤਰਫ ਤੋਂ। ਕੀ ਮਕਸਦ ਦਿੱਤਾ ਗਿਆ ਸੀਗਾ ਕਿ ਜਾ ਨੀਨਵਾ ਸ਼ਹਿਰ ਨੂੰ ਉੱਥੇ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਉੱਥੋਂ ਦੇ ਰਹਿਣ ਵਾਲਿਆਂ ਦੇ ਵਿੱਚ ਮੇਰਾ ਜਾ ਕੇ ਪ੍ਰਚਾਰ ਕਰ, ਜਾ ਕੇ ਪ੍ਰਚਾਰ ਕਰ ਤੇ ਉਹਨਾਂ ਨੂੰ ਪੁਕਾਰ ਤੇ ਆਖ ਕਿ ਹੋਰ 40 ਦਿਨਾਂ ਨੂੰ ਜਿਹੜਾ ਨੀਨਵਾ ਸ਼ਹਿਰ ਹੈ ਜਿਹੜਾ ਕੀ ਹੈ ਇਹ ਢਾਇਆ ਜਾਵੇਗਾ, ਇਹ ਖਤਮ ਕੀਤਾ ਜਾਵੇਗਾ। ਸੋ ਉਹਨੂੰ ਮਕਸਦ ਮਿਲ ਗਿਆ। ਤੇ ਕਈ ਵਾਰ ਪਰਮੇਸ਼ਰ ਵੀ ਸਾਨੂੰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਖਾਸ ਹਿੱਸਿਆਂ ਦੇ ਵਿੱਚ ਖਾਸ ਗੱਲਬਾਤ ਕਰਕੇ ਸਾਡੀ ਜ਼ਿੰਦਗੀ ਦਾ ਇੱਕ ਮਕਸਦ ਸਾਨੂੰ ਦਿੰਦਾ ਹੈ ਜੋ ਅਸੀਂ ਉਸ ਲਈ ਕਰਦੇ ਹਾਂ। ਮਕਸਦ ਇਸ ਤਰ੍ਹਾਂ ਦਾ ਹੋ ਸਕਦਾ ਹੈ, ਮਕਸਦ ਇਹ ਕਿ ਅਸੀਂ ਚਰਚ ਦੇ ਨਾਲ ਜੁੜੇ ਹਾਂ, ਚਰਚ ਦੇ ਪ੍ਰਤੀ ਜਾਂ ਉਹਦੇ ਰਾਜ ਦੇ ਪ੍ਰਤੀ ਕੁਛ ਸਾਨੂੰ ਪਰਮੇਸ਼ਰ ਕੋਈ ਇਸ ਤਰ੍ਹਾਂ ਦੀ ਰਿਸਪੋਂਸੀਬਿਲਿਟੀ ਜਾਂ ਕੁਛ ਇਸ ਤਰ੍ਹਾਂ ਦੀ ਜ਼ਿੰਮੇਦਾਰੀ ਜਾਂ ਕੁਛ ਇਸ ਤਰ੍ਹਾਂ ਦੀ ਗੱਲਬਾਤ ਸਾਡੇ ਨਾਲ ਕਰਨੀ ਸ਼ੁਰੂ ਕਰ ਦਿੰਦਾ। ਹੋ ਸਕਦਾ ਤੁਹਾਡੀ ਵਰਸ਼ਿਪ ਦੇ ਦੌਰਾਨ ਤੁਹਾਨੂੰ ਇੱਕ ਮਕਸਦ ਦਿੱਤਾ ਗਿਆ ਕਿ ਤੁਸੀਂ ਪਰਮੇਸ਼ਰ ਦੀ ਮਹਿਮਾ ਕਰੋ। ਹੋ ਸਕਦਾ ਤੁਹਾਨੂੰ ਇੱਕ ਪ੍ਰਚਾਰਕ ਬਣਾਇਆ ਗਿਆ ਕਿ ਖੁਦਾ ਦੀ ਖੁਸ਼ਖਬਰੀ ਦਾ ਵਚਨ ਬਾਹਰ ਜਾ ਕੇ ਦੇ ਸਕੋ। ਉਹ ਇੱਕ ਮਕਸਦ ਤੁਹਾਨੂੰ ਦਿੱਤਾ ਗਿਆ ਕਿਉਂਕਿ ਇੱਕ ਖਾਸ ਹਿੱਸਾ ਜਿਹੜਾ ਸਾਡੇ ਵਿੱਚ ਹੁੰਦਾ ਸ਼ਾਇਦ ਸਾਨੂੰ ਉਸਨੂੰ ਤਾਂ ਹੀ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਕਿਹਾ ਕਿ ਅੱਜ ਦੇਖਾਂਗੇ ਅਸੀਂ ਕਿ ਸੱਚਮੁੱਚ ਪਰਮੇਸ਼ਰ ਨੇ ਸਾਨੂੰ ਮਕਸਦ ਦੇ ਦਿੱਤਾ। ਜ਼ਰੂਰੀ ਨਹੀਂ ਕਿ ਸਾਰੇ ਹੀ ਵਰਸ਼ਿਪਰ ਬਣਨਗੇ, ਸਾਰੇ ਹੀ ਪ੍ਰਚਾਰਕ ਬਣਨਗੇ ਜਾਂ ਸਾਰੇ ਹੀ ਹਰ ਇੱਕ ਚੀਜ਼ ਜਿਹੜੇ ਸਾਰੇ ਨਹੀਂ ਹੋਣਗੇ। ਸਾਡੇ ਇੱਕ ਇੱਕ ਜ਼ਿੰਦਗੀ ਦੇ ਲਈ ਇੱਕ ਇੱਕ ਮਕਸਦ ਦਿੱਤਾ ਗਿਆ। ਜੁਨਾਹ ਨੂੰ ਵੀ ਉਸ ਸਮੇਂ ਤੇ ਇੱਕ ਮਕਸਦ ਦਿੱਤਾ ਗਿਆ ਕਿ ਉਹ ਨੀਨਵਾ ਨੂੰ ਜਾਵੇ ਤੇ ਉੱਥੋਂ ਦੇ ਲੋਕਾਂ ਨੂੰ ਜਾ ਕੇ ਯਹੋਵਾ ਦੇ ਬਾਰੇ ਦੱਸੇ ਜੋ ਯਹੋਵਾ ਨੇ ਉਹਦੇ ਨਾਲ ਗੱਲਬਾਤ ਕੀਤੀ ਹੈ। ਸੋ ਉਹ ਮਕਸਦ ਜੁਨਾਹ ਨੂੰ ਤਾਂ ਮਿਲ ਗਿਆ ਤੇ ਉਹ ਮਕਸਦ ਸ਼ਾਇਦ ਕਈ ਮੇਰੇ ਭੈਣ ਭਰਾ ਜਿਹੜੇ ਅੱਜ ਅਸੀਂ ਬੈਠੇ ਹਾਂ ਸਾਰੇ ਸੁਣ ਰਹੇ ਹਾਂ, ਕਈ ਹੋ ਸਕਦਾ ਮੇਰੇ ਭੈਣਾਂ ਭਰਾਵਾਂ ਨੂੰ ਅੱਜ ਤੱਕ ਉਹ ਮਕਸਦ ਵੀ ਸ਼ਾਇਦ ਪਰਮੇਸ਼ਰ ਦੀ ਤਰਫ ਤੋਂ ਨਹੀਂ ਮਿਲਿਆ। ਤਾਂ ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰ ਸਕਦੇ ਹਾਂ ਕਿ ਸਾਨੂੰ ਵੀ ਉਹ ਮਕਸਦ ਹੈ ਜਿਹੜਾ ਪਰਮੇਸ਼ਰ ਦੀ ਤਰਫ ਤੋਂ ਮਿਲੇ, ਸਾਡੇ ਤੇ ਵੀ ਜ਼ਾਹਿਰ ਹੋਵੇ, ਸਾਡੇ ਤੇ ਪ੍ਰਗਟ ਹੋਵੇ ਉਹ ਚੀਜ਼ ਜਿਸ ਚੀਜ਼ ਲਈ ਸਾਨੂੰ ਖੁਦਾ ਨੇ ਆਪਣੇ ਵਿੱਚ ਬੁਲਾਇਆ। ਮਸੀਹ ਹੋਣ ਦੇ ਲਈ ਅਸੀਂ ਹੱਕਦਾਰ ਹੋਏ ਹਾਂ, ਉਹਦੇ ਪੁੱਤਰ ਪੁੱਤਰੀ ਕਹਿਲਾਏ ਹਾਂ। ਤੇ ਹੁਣ ਸਾਡਾ ਫਰਜ਼ ਕੀ ਹੈ? ਦੇਖੋ ਪਰਮੇਸ਼ਰ ਨੇ ਆਪਣਾ ਕੰਮ ਕਰ ਦਿੱਤਾ। ਹੁਣ ਪਰਮੇਸ਼ਰ ਨੇ ਆਪਣਾ ਕੰਮ ਕੀਤਾ
सानू बुलाया, सानू माफ किया अपने पापा तो, सब कुछ किया क्योंकि वो दया ते कृपालु परमेश्वर है। उन्हें सानू हर एक चीज़ तो माफ किया, सानू बुला लिया। हुण साडा फर्ज की है, असीं बच गए हैं, सब कुछ साडा भी सैट है, असीं परमेश्वर की वफादारी दे विच जा रहे हैं। तो हुण साडा काम की है, उस मकसद नूं जानना कि परमेश्वर ने किस मकसद लई सानू बुलाया। क्योंकि हर एक मेरा भैन भरा जो भी इत्थे बैठा है, हर एक दी जिंदगी का एक मकसद जरूर होवेगा परमेश्वर दे लई। परमेश्वर साडे तो कुछ ना कुछ जरूर चाहुंदा होवेगा, जिवें उन्हें यूनाह तो चाया। अगर अज तक भी सानू साडे उस मकसद दा परमेश्वर दे विच नहीं पता चलिया, तां असीं परमेश्वर दे हजूर प्रार्थना कर सकदे हां, उहदे अगे बेनती कर सकदे हां, उहदी पाक रूप पवित्र आत्मा नूं कह सकदे हां कि ओह मकसद जो परमेश्वर तुसीं साडे लई रखिआ है, उस नूं मेरे ते ज़ाहिर करो, तां कि असीं उस मकसद दे विच जा सकीए। हुण मकसद दे लई असीं प्रार्थना कर सकदे हां, सही है। पर यूनाह नूं जिहड़ा मकसद मिल चुकिआ, सो जदों यूनाह नूं मकसद मिलिआ, कई वार जदों सानूं भी मकसद मिल जांदा, पर यूनाह ने इत्थे की कीता? यूनाह उस मकसद के मुताबिक नहीं चलिया। यूनाह उस मकसद के मुताबिक नहीं चलिया जो उन्होंने कहा गया सी। उन्होंने कहा गया सी कि तू नीनवा नूं जा ते उत्थों दे लोकां दे विच जाके मेरा प्रचार कर। पर यूनाह ने की कीता? उन्हें की कीता? वो उठिया ते उत्थों यहोवा दी हजूरी चों भज्जिया। भज के वो किधर नूं गया? तरतीश नूं, ਉਹਦੇ बिल्कुल उल्ट दिशा ਦੇ ਵਿੱਚ। ਜੇ ਨੀਨਵਾ ਇੱਧਰ ਨੂੰ ਜਾ ਰਿਹਾ ਸੀ ਤਾਂ ਤਰਤੀਸ਼ ਉਹਦੀ ਉਲਟ ਜਗ੍ਹਾ ਦੇ ਵਿੱਚ ਕੀ ਹੈ, ਉਹ ਜਹਾਜ਼ ਦੇ ਵਿੱਚ ਬੈਠ ਕੇ ਉਧਰ ਨੂੰ ਜਾਣ ਦੇ ਵਿੱਚ ਚਲਿਆ ਗਿਆ, ਤਰਤੀਸ਼ ਨੂੰ ਭੱਜ ਗਿਆ। ਠੀਕ ਹੈ, ਪਰ ਰਾਹ ਦੇ ਵਿੱਚ ਕੀ ਹੁੰਦਾ? ਰਾਹ ਦੇ ਵਿੱਚ ਕੀ ਹੁੰਦਾ ਸਾਨੂੰ ਸਭ ਨੂੰ ਪਤਾ ਕਹਾਣੀ ਦਾ, ਕਿ ਤੂਫਾਨ ਆਉਂਦਾ, ਬਹੁਤ ਲਹਿਰਾਂ ਆਉਂਦੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਉਸ ਨੂੰ ਕੀ ਹੈ, ਸਾਰੇ ਲੋਕ ਨੇ ਜਿਹੜੇ ਉੱਥੇ ਬੈਠੇ ਪਛਤਾਵਾ ਕਰ ਰਹੇ ਹੁੰਦੇ, ਆਪਣੇ ਆਪਣੇ ਦੇਵੀ ਦੇਵਤਿਆਂ ਨੂੰ ਪੁਕਾਰ ਰਹੇ ਹੁੰਦੇ ਆ। ਠੀਕ ਹੈ, ਉਸ ਸਮੇਂ ਤੇ यूनाह ਉਹਨਾਂ ਲੋਕਾਂ ਨੂੰ ਕਹਿੰਦਾ ਕਿ ਸ਼ਾਇਦ ਇਹ ਤੂਫਾਨ ਮੇਰੀ ਵਜ੍ਹਾ ਕਰਕੇ ਆ, ਤੇ ਮੈਨੂੰ ਬੰਨ੍ਹ ਕੇ ਕੀ ਹੈ ਤੁਸੀਂ ਸਮੁੰਦਰ ਦੇ ਵਿੱਚ ਸਿੱਟ ਦਿਓ ਕਿ ਇਹ ਜਿਹੜੀਆਂ ਲਹਿਰਾਂ ਨੇ ਸ਼ਾਂਤ ਹੋ ਜਾਣਗੀਆਂ। ਤੇ ਉਹ ਲੋਕ ਉਹਨੂੰ ਬੰਨ੍ਹ ਕੇ ਸਮੁੰਦਰ ਦੇ ਵਿੱਚ ਸਿੱਟ ਵੀ ਦਿੰਦੇ ਆ। ਠੀਕ ਹੈ, ਤੇ ਉਹ ਜਿਹੜੀਆਂ ਲਹਿਰਾਂ ਜਿਹੜੀਆਂ ਕੀ ਆ ਟਿਕ ਜਾਂਦੀਆਂ ਨੇ, ਸਭ ਕੁਝ ਫਿਰ ਤੋਂ ਨੋਰਮਲ ਹੋ ਜਾਂਦਾ। ਪਰ ਇੱਥੇ ਇੱਕ ਗੱਲ ਸੋਚਣ ਵਾਲੀ ਤੇ ਦੇਖਣ ਵਾਲੀ ਹੈ। ਦੇਖੋ, ਮੈਂ ਤੁਹਾਨੂੰ ਸ਼ੁਰੂ 'ਚ ਕਿਹਾ ਸੀਗਾ, ਦੇਖੋ ਇੱਕ ਗੱਲ ਕਿ ਪਰਮੇਸ਼ਰ ਨੇ ਸਾਨੂੰ ਮਾਫ਼ ਕੀਤਾ, ਸਾਨੂੰ ਮਾਫੀਯੋਗ ਬਣਾਇਆ ਕਿ ਅਸੀਂ ਮਾਫ਼ ਕੀਤੇ ਗਏ, ਪਾਪਾਂ ਤੋਂ ਪਾਪ ਰਹਿਤ ਹੋਏ, ਪਾਕ ਸਾਫ਼ ਹੋ ਕੇ ਅਸੀਂ ਉਹਦੀ ਹਜ਼ੂਰੀ 'ਚ ਗਏ ਹਾਂ। ਤੇ ਹੁਣ ਸਾਨੂੰ ਪਰਮੇਸ਼ਰ ਨੇ ਇੱਕ ਮਕਸਦ ਦਿੱਤਾ ਹੈ। ਮਕਸਦ ਦੇਣ ਤੋਂ ਬਾਅਦ ਵੀ ਅਸੀਂ ਫਿਰ ਤੋਂ ਗਲਤੀ ਕੀਤੀ, ਜਿਵੇਂ यूनाह ਨੇ ਗਲਤੀ ਕੀਤੀ। ਉਲਟ ਦਿਸ਼ਾ ਦੇ ਵਿੱਚ ਭੱਜਿਆ, ਜੋ ਮਕਸਦ ਉਹਨੂੰ ਦਿੱਤਾ ਗਿਆ ਸੀ ਉਸ ਤੋਂ ਭੱਜਿਆ, ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਭੱਜ ਸਕਿਆ। ਉਹ ਫਿਰ ਤੋਂ ਕੀ ਆ, ਵਾਪਸ ਉੱਥੇ ਹੀ ਸਮੁੰਦਰ ਦੇ ਵਿੱਚ ਆ ਡਿੱਗਿਆ। ਪਰ ਫਿਰ ਵੀ ਦੇਖੋ ਯਹੋਵਾ ਦਾ ਪਿਆਰ ਕਿੰਨਾ ਦਇਆ ਵਾਲਾ ਤੇ ਕਿੰਨਾ ਕਿਰਪਾਲੂ ਹੈ, ਕਿੰਨਾ ਪਿਆਰ ਕਰਦਾ ਸਾਨੂੰ। ਉਹਨੇ ਫਿਰ ਵੀ ਉਹਦੇ ਲਈ ਠਹਿਰਾਇਆ, ਇੱਕ ਮੱਛੀ ਨੂੰ ਭੇਜਿਆ ਕਿ ਉਹ ਉਹਦੇ ਢਿੱਡ ਦੇ ਵਿੱਚ ਆਇਆ। ਫਿਰ ਵੀ ਉਸ ਦੇ ਢਿੱਡ ਦੇ ਵਿੱਚੋਂ ਜਦੋਂ ਉਹਨੂੰ ਅਹਿਸਾਸ ਹੋਇਆ, ਇਹ ਗੱਲ ਹਮੇਸ਼ਾ ਮੇਰੇ ਭੈਣ ਭਰਾਓ ਯਾਦ ਰੱਖਣੀ ਜ਼ਰੂਰੀ ਹੈ ਕਿ ਜਦੋਂ ਵੀ ਪਰਮੇਸ਼ਰ ਸਾਨੂੰ ਕੋਈ ਮਕਸਦ ਦੇ ਦਿੰਦਾ ਹੈ, ਕੋਈ ਗੱਲਬਾਤ ਸਾਡੇ ਨਾਲ ਕਰਦਾ ਹੈ ਕਿਸੇ ਵੀ ਖਾਸ ਹਿੱਸੇ ਦੇ ਲਈ, ਠੀਕ ਹੈ, ਤਾਂ ਉਸ ਸਮੇਂ 'ਤੇ ਸਾਨੂੰ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਪਰਮੇਸ਼ਰ ਦੇ ਹਜ਼ੂਰ ਜਾ ਕੇ ਹਰ ਇੱਕ ਗੱਲਬਾਤ ਨੂੰ ਬਿਹਤਰ ਕਰ ਪਾਈਏ। ਅਗਰ ਸਾਡੇ ਤੋਂ ਕੁਛ ਗਲਤੀ ਹੁੰਦੀ ਹੈ, ਕੋਈ ਗੱਲਬਾਤ ਹੁੰਦੀ ਹੈ, ਤਾਂ ਅਸੀਂ ਵੀ ਉਹ ਕੰਮ ਕਰ ਸਕਦੇ ਹਾਂ ਜੋ यूनाह ਨੇ ਕੀਤਾ, ਬਜਾਏ ਉਸਦੇ ਮਕਸਦ ਤੋਂ ਭੱਜਣ ਦੇ। ਅਸੀਂ ਤਿਆਰ ਨਹੀਂ ਤਾਂ ਅਸੀਂ ਆਪਣੀ ਤਿਆਰੀ ਮੰਗ ਸਕਦੇ ਹਾਂ ਪਰਮੇਸ਼ਰ ਤੋਂ, ਜਿਵੇਂ यूनाह ਨੇ ਦੇਖੋ ਇੱਥੇ ਕੀਤਾ। यूनाह ਨੇ ਕੀ ਕੀਤਾ? ਉਹ ਮੱਛੀ ਦੇ ਢਿੱਡ ਦੇ ਵਿੱਚ 3 ਦਿਨ ਰਿਹਾ। ਸਹੀ ਹੈ, ਉਸ ਤੋਂ ਬਾਅਦ ਵੀ ਕੀ ਹੋਇਆ? ਉਹਨੇ ਮੱਛੀ ਦੇ ਢਿੱਡ ਦੇ ਵਿੱਚੋਂ ਪਰਮੇਸ਼ਰ ਨੂੰ ਪੁਕਾਰਿਆ ਕਿ ਪਰਮੇਸ਼ਰ ਮੇਰੇ ਤੋਂ ਇਹ ਕੀ ਹੈ, ਗਲਤੀ ਹੋਈ ਹੈ, ਮੈਨੂੰ ਮਾਫ਼ ਕਰ ਕਿ ਜੋ ਮੈਂ ਤੇਰੇ ਤੋਂ ਤੇਰੀ ਹਜ਼ੂਰੀ ਤੋਂ ਭੱਜਿਆ, ਕਿਉਂਕਿ ਉਹ ਪਰਮੇਸ਼ਰ ਦੀ ਹਜ਼ੂਰੀ ਤੋਂ ਭੱਜਿਆ ਸੀਗਾ। ਉਹਨੇ ਜਦੋਂ ਪ੍ਰਾਰਥਨਾ ਕੀਤੀ, ਬੇਨਤੀ ਕੀਤੀ ਪਰਮੇਸ਼ਰ ਦੇ ਅੱਗੇ, ਸੋ ਪਰਮੇਸ਼ਰ ਨੇ ਫਿਰ ਤੋਂ ਕੀ ਹੈ, ਉਸ ਮੱਛੀ ਦੇ ਢਿੱਡ ਦੇ ਵਿੱਚੋਂ ਵੀ ਉਹਨੂੰ ਬਾਹਰ ਕੱਢਿਆ। ਉਹਦੇ ਲਈ ਅੱਗੇ ਬੰਦੇ ਠਹਿਰਾਏ ਜੋ ਉਹਨੂੰ ਸਮੁੰਦਰ ਦੇ ਕੰਢੇ ਤੋਂ ਲਿਜਾ ਕੇ ਉਹਦਾ ਇਲਾਜ ਕਰ ਸਕਣ। ਫਿਰ ਉਹ ਵਾਪਸ ਘਰ ਪਰਤਿਆ। ਇਹ ਇੱਕ ਚੀਜ਼ ਹੋਈ, ਮਕਸਦ ਮਿਲਿਆ ਸੀਗਾ, ਉਸ ਤੋਂ ਉਲਟ ਦਿਸ਼ਾ 'ਚ ਭੱਜਿਆ, ਪਰ ਫਿਰ ਵੀ ਪਰਮੇਸ਼ਰ ਦੇ ਪਿਆਰ ਨੇ ਉਹਨੂੰ ਫਿਰ ਤੋਂ ਉਹਦੀ ਦੁਆ ਨੂੰ ਸੁਣਿਆ। ਜਦੋਂ ਦੇਖੋ ਪਹਿਲਾਂ ਉਹਨੇ ਗਿਆ, ਪਰ ਜਦੋਂ ਉਹਨੂੰ ਸਮੁੰਦਰ ਦੇ ਵਿੱਚੋਂ ਸਿੱਟਿਆ ਗਿਆ, ਪਰਮੇਸ਼ਰ ਨੇ ਉਹਨਾਂ ਚਿਰ ਉਹਦੀ ਉਸ ਮਦਦ ਨੂੰ ਨਹੀਂ ਠਹਿਰਾਇਆ ਜਿੰਨਾ ਚਿਰ ਉਹਨੇ ਆਪਣੇ ਮਨ ਤੋਂ, ਆਪਣੇ ਦਿਲ ਤੋਂ ਨਹੀਂ ਪੁਕਾਰਿਆ ਪਰਮੇਸ਼ਰ ਨੂੰ। ਉਹਨੇ ਮੱਛੀ ਦੇ ਢਿੱਡ ਦੇ ਵਿੱਚ ਆ ਕੇ ਪਰਮੇਸ਼ਰ ਨੇ ਉਹਨੇ ਆਪਣੇ ਦਿਲ ਤੋਂ ਪਰਮੇਸ਼ਰ ਨੂੰ ਕਿਹਾ ਕਿ ਨਹੀਂ, ਮੇਰੇ ਤੋਂ ਗਲਤੀ ਹੋਈ ਹੈ। ਸਹੀ ਗੱਲ ਹੈ,
ਤੇ ਅਗਰ ਅਸੀਂ ਵੀ ਇਸ ਚੀਜ਼ ਨੂੰ ਕਰਦੇ ਹਾਂ ਤੇ ਪਰਮੇਸ਼ਰ ਸਾਨੂੰ ਮਾਫ ਕਰਨ ਦੀ ਤਾਕਤ ਰੱਖਦਾ ਹੈ, ਉਹ ਸਾਨੂੰ ਪਿਆਰ ਕਰਦਾ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਮਕਸਦ ਮਿਲਿਆ, ਉਲਟ ਭੱਜਿਆ, ਪਰ ਫਿਰ ਵੀ ਉਹਨੂੰ ਪਛਤਾਵਾ ਹੋਇਆ, ਉਹ ਵਾਪਸ ਆਇਆ, ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ ਸੀ, ਉਹ ਮੱਛੀ ਦੇ ਢਿੱਡ ਚੋਂ ਵੀ ਜਿੰਦਾ ਵਾਪਸ ਆ ਗਿਆ ਆਪਣੇ ਘਰੇ। ਫਿਰ ਤੋਂ ਕੀ ਹੈ, ਉਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਫਿਰ ਕੀ ਹੁੰਦਾ, ਪਰਮੇਸ਼ਰ ਫਿਰ ਤੋਂ ਉਹਦੇ ਨਾਲ ਗੱਲਬਾਤ ਕਰਦਾ ਦੂਸਰੀ ਵਾਰ। ਫਿਰ ਤੋਂ ਪਰਮੇਸ਼ਰ ਉਹਦੇ ਨਾਲ ਗੱਲਬਾਤ ਕਰਦਾ ਦੂਜੀ ਵਾਰ। ਕੀ ਗੱਲਬਾਤ ਕਰਦਾ ਸੀ, ਤੀਸਰੇ ਚੈਪਟਰ ਦੀ ਪਹਿਲੀ ਆਇਤ ਦੇ ਵਿੱਚ ਦੇਖਦੇ ਹਾਂ, ਜੁਨਾਹ ਦਾ ਤੀਸਰਾ ਚੈਪਟਰ ਦੀ ਪਹਿਲੀ ਆਇਤ ਦੇ ਵਿੱਚ। ਉਹਦੇ ਵਿੱਚ ਕੀ ਲਿਖਿਆ, ਕਹਿੰਦਾ ਯਹੋਵਾ ਦੀ ਬਾਣੀ ਦੂਜੀ ਵਾਰ ਜੁਨਾਹ ਆਈ ਕਿ ਉੱਠ, ਉੱਠ ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਨੂੰ ਇਸ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ। ਤਦ ਜੁਨਾਹ ਯਹੋਵਾ ਦੇ ਆਖੇ ਅਨੁਸਾਰ ਉੱਠ ਕੇ ਨੀਨਵਾ ਨੂੰ ਗਿਆ। ਓਕੇ, ਹੁਣ ਦੇਖੋ, ਜਦੋਂ ਦੂਜੀ ਵਾਰੀ ਪਰਮੇਸ਼ਰ ਨੇ ਉਹਦੇ ਨਾਲ ਗੱਲਬਾਤ ਕੀਤੀ ਕਿ ਜੋ ਮਕਸਦ ਮੈਂ ਤੈਨੂੰ ਦਿੱਤਾ ਸੀ, ਉੱਠ ਤੇ ਉਸ ਨੂੰ ਪੂਰਾ ਕਰ। ਅਗਰ ਅੱਜ ਅਸੀਂ ਉਹਦੀ ਜਗ੍ਹਾ ਤੇ ਹੁੰਦੇ, ਜੋ ਮਕਸਦ ਸਾਨੂੰ, ਅਸੀਂ ਕਈ ਵਾਰ ਕਹਿ ਦਿੰਦੇ ਹਾਂ ਪਰਮੇਸ਼ਰ ਨੂੰ ਕਿ ਸਾਨੂੰ ਕੋਈ ਮਕਸਦ ਹੀ ਨਹੀਂ ਦਿੱਤਾ। ਸ਼ਾਇਦ ਕਈ ਵਾਰ ਸਾਨੂੰ ਆਪਣਾ ਹੀ ਨਹੀਂ ਪਤਾ ਹੁੰਦਾ ਕਿ ਜਿਸ ਕੰਮ ਦੇ ਵਿੱਚ ਅਸੀਂ ਅੱਗੇ ਜਾ ਰਹੇ ਹਾਂ, ਸਾਡਾ ਪਰਮੇਸ਼ਰ ਦਾ ਮਕਸਦ ਹੈ ਸਾਡੇ ਪ੍ਰਤੀ, ਕਿ ਮਕਸਦ ਨੂੰ ਅਸੀਂ ਕਿਸ ਤਰ੍ਹਾਂ ਇਸ ਨੂੰ ਨਿਖਾਰਨਾ, ਉਹਨੂੰ ਨਿਖਾਰ ਕੇ ਅਸੀਂ ਕਿਸ ਤਰ੍ਹਾਂ ਬਿਹਤਰ ਬਣਾਉਣਾ ਹੈ, ਸਾਨੂੰ ਉਸ ਦਾ ਪਤਾ ਹੀ ਨਹੀਂ ਹੁੰਦਾ। ਫਿਰ ਅਸੀਂ ਕੀ ਹੈ, ਉਹਨੂੰ ਨਿਖਾਰਨ ਦੀ ਬਜਾਏ ਥੱਕ ਹਾਰ ਕੇ ਕੀ ਕਹਿ ਦਿੰਦੇ ਹਾਂ, ਹੁਣ ਬਸ ਹੈ। ਬਜਾਏ ਅਸੀਂ ਪਰਮੇਸ਼ਰ ਨੂੰ ਕਹਿਣ ਦੇ ਕਿ ਪਰਮੇਸ਼ਰ ਮਾਫ ਕਰ, ਜੋ ਮਕਸਦ ਤੂੰ ਦਿੱਤਾ ਹੈ। ਜਿਵੇਂ ਯਹੋਨਾ ਨੇ ਕਿਹਾ ਦੂਜੀ ਵਾਰੀ ਜਦੋਂ ਪਰਮੇਸ਼ਰ ਨੇ ਉਹਦੇ ਨਾਲ ਗੱਲਬਾਤ ਕੀਤੀ ਕਿ ਨਹੀਂ, ਦੂਜੀ ਵਾਰੀ ਉਹ ਉਹਦੀ ਹਜ਼ੂਰੀ ਤੋਂ ਨਹੀਂ ਭੱਜਿਆ, ਉਹਨੇ ਉਸ ਮਕਸਦ ਨੂੰ ਫਿਰ ਜਾਣ ਲਿਆ ਕਿ ਨਹੀਂ, ਇਹ ਮਕਸਦ ਪਰਮੇਸ਼ਰ ਨੇ ਮੇਰੇ ਲਈ ਠਹਿਰਾਇਆ, ਇਸ ਗੱਲਬਾਤ ਨੂੰ ਨੇ ਮੇਰੇ ਲਈ ਠਹਿਰਾਇਆ ਤੇ ਇਸ ਨੂੰ ਮੈਂ ਪੂਰਾ ਕਰਾਂਗਾ। ਦੂਜੀ ਵਾਰੀ ਉਹਨੇ ਉੱਤਰ ਕੀ ਸੀ, ਕਿਸ ਮਕਸਦ ਨੂੰ, ਇਸ ਗੱਲਬਾਤ ਨੂੰ ਜੋ ਯਹੋਵਾ ਨੇ ਮੇਰੇ ਨਾਲ ਕੀਤੀ ਹੈ, ਮੈਂ ਪੂਰੀਆਂ ਕਰਾਂਗਾ। ਜਿੱਥੇ ਉਹ ਰਹਿੰਦਾ ਸੀ ਉਸ ਜਗ੍ਹਾ ਤੋਂ 3 ਦਿਨਾਂ ਦਾ ਤੁਰ ਕੇ ਪੈਂਦਾ ਸੀ, ਉਹਨੇ ਫਿਰ ਵੀ ਪਰਮੇਸ਼ਰ ਦੇ ਸਨਮੁਖ ਉਹਨੇ ਵਾਅਦਾ ਕੀਤਾ ਕਿ ਨਹੀਂ, ਮੈਂ ਇਸ ਨੂੰ ਪੂਰਾ ਕਰੂੰਗਾ ਕੁਛ ਵੀ ਹੋ ਜਾਵੇ। ਤੇ ਨੀਨਵਾ ਸ਼ਹਿਰ ਦੀ ਮੈਂ ਥੋੜੀ ਜਿਹੀ ਗੱਲਬਾਤ ਦੱਸ ਦੇਵਾਂ। ਨੀਨਵਾ ਸ਼ਹਿਰ ਉਸ ਸਮੇਂ ਦਾ ਇੱਕੋ ਇੱਕ ਐਸਾ ਸ਼ਹਿਰ ਸੀਗਾ ਕਿ ਅਗਰ ਤੁਸੀਂ ਉੱਥੇ ਜਾ ਕੇ ਕੁਛ ਵੀ ਗੱਲਬਾਤ ਕਰਨੀ ਜਾਂ ਕੁਛ ਵੀ ਕਿਸੇ ਨੂੰ ਥੋੜਾ ਮੋਟਾ ਵੀ ਕਿਸੇ ਨੂੰ ਕਹਿ ਲਓ ਵੀ ਦੇਖ ਲੈਣਾ, ਅੱਖਾਂ ਕੱਢ ਕੇ ਜਾਂ ਕੁਛ ਵੀ ਕਰਕੇ ਦੇਖ ਲੈਣਾ ਕਿਸੇ ਮਾੜੀ ਨਿਗਾਹ ਦੇ ਨਾਲ, ਜਾਂ ਕਿਸੇ ਦੇ ਨਾਲ ਬਹਿਸ ਬਸਾਈ ਮਾੜੀ ਮੋਟੀ ਵੀ ਕਿਸੇ ਨਾਲ ਗੱਲਬਾਤ ਦੀ ਹੋ ਜਾਣੀ, ਤੇ ਉਹ ਕੀ ਆ ਉਸ ਸਮੇਂ ਤੇ ਉਹ ਮਾਰ ਮਟਾ ਦਿੰਦੇ ਸੀਗੇ, ਖਤਮ ਕਰ ਦਿੰਦੇ ਸੀ ਇਨਸਾਨ ਨੂੰ। ਉਹਨਾਂ ਦੇ ਦਿਲਾਂ ਦੇ ਵਿੱਚ ਬਿਲਕੁਲ ਵੀ ਰਹਿਮ ਨਹੀਂ ਸੀਗਾ, ਬਿਲਕੁਲ ਵੀ ਰਹਿਮ ਨਹੀਂ ਸੀਗਾ। ਤੇ ਉਹ ਇੰਨੇ ਕੁ ਜ਼ਿਆਦਾ ਉਸ ਸਮੇਂ ਦੇ ਉੱਤੇ ਪਾਪ ਦੇ ਵਿੱਚ ਗਿਰ ਚੁੱਕੇ ਸੀਗੇ, ਇੰਨਾ ਕੁ ਜ਼ਿਆਦਾ ਉਹ ਗੁਨਾਹਾਂ ਦੇ ਵਿੱਚ ਸੀ, ਤੇ ਇੰਨੇ ਕੁ ਉਹ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਲੱਗ ਚੁੱਕੇ ਸੀ, ਜਿਸ ਕਰਕੇ ਯਹੋਵਾ ਨੂੰ ਕ੍ਰੋਧ ਆਇਆ ਸੀਗਾ ਉਹਨਾਂ ਦੇ ਉੱਤੇ। ਉਹਨਾਂ ਨੂੰ ਕ੍ਰੋਧ ਆਇਆ ਯਹੋਵਾ ਨੂੰ, ਇਸ ਕਰਕੇ ਕੀ ਉਹਨੇ ਕੀ ਆ, ਆਪਣੇ ਨਬੀ ਨੂੰ ਕੀ ਕਿਹਾ, ਜੁਨਾਹ ਤੂੰ ਜਾ ਨੀਨਵਾ ਨੂੰ। ਤੇ ਫਿਰ ਵੀ ਦੇਖੋ, ਜਦੋਂ ਜੁਨਾਹ ਜਾ ਰਿਹਾ ਸੀਗਾ, ਇਹ ਖਾਸ ਗੱਲ ਹੈ, ਸੁਣਿਓ ਧਿਆਨ ਲਾ ਕੇ, ਜਦੋਂ ਤੁਸੀਂ ਕਹਾਣੀ ਨੂੰ ਅੱਗੇ ਪੜ੍ਹੋਗੇ, ਜਦੋਂ ਜੁਨਾਹ ਜਾ ਰਿਹਾ ਸੀਗਾ ਨਾ ਨੀਨਵਾ ਨੂੰ, ਰਾਸਤੇ ਦੇ ਵਿੱਚ ਉਹਨੂੰ ਬੜੇ ਮਿਲੇ, ਬਹੁਤ ਲੋਕ ਮਿਲੇ। ਉਹ ਲੋਕਾਂ ਨੇ ਇੱਥੋਂ ਤੱਕ ਵੀ ਉਹਨੂੰ ਕਿਹਾ ਕਿ ਉਹ ਬਹੁਤ ਲੋਕ ਨੇ, ਉਹ ਬਹੁਤ ਮਤਲਬ ਵੀ ਕਹਿ ਲਓ ਇੰਨੇ ਕੁ ਗੰਦੇ ਕਹਿ ਸਕਦੇ ਹਾਂ ਲੋਕ ਨੇ ਕਿ ਉਹ ਜਾਨ ਤੱਕ ਦੀ ਪਰਵਾਹ ਨਹੀਂ ਕਰਦੇ ਕਿਸੇ ਦੀ। ਅਗਰ ਪਰਮੇਸ਼ਰ ਸਾਨੂੰ ਕੋਈ ਮਕਸਦ ਦੇ ਦਿੰਦਾ ਹੈ, ਤੇ ਇਸ ਤਰ੍ਹਾਂ ਕੋਈ ਵੀ ਇਨਸਾਨ ਨੇ ਜਿਹੜੇ ਦੁਨਿਆਵੀ ਆ ਕੇ ਸਾਨੂੰ ਵਿੱਚੋਂ ਇਦਾਂ ਦੀਆਂ ਗੱਲਾਂ ਕਰਦੇ ਰਹਿਣ ਸਾਡੇ ਨਾਲ ਕਿ ਉਹ ਤਾਂ ਹੀ ਮਾਰ ਮਕਾਉਣਗੇ ਜੀ, ਉਹ ਤਾਂ ਐਂ ਕਰ ਦੇਣਗੇ, ਕੀ ਅਸੀਂ ਉਸ ਸਮੇਂ ਵੀ ਪਰਮੇਸ਼ਰ ਦੇ ਮਕਸਦ ਦੇ ਵਿੱਚ ਬਣੇ ਰਵਾਂਗੇ? ਇੱਕ ਵਾਰ ਤਾਂ ਉਹ ਭੱਜਿਆ ਸੀਗਾ ਤਰਤੀਸ਼ ਨੂੰ, ਪਰ ਵਾਪਸ ਆਇਆ। ਜਦੋਂ ਦੂਜੀ ਵਾਰੀ ਗੱਲਬਾਤ ਹੋਈ, ਫਿਰ ਉਹਨੇ ਉਸ ਮਕਸਦ ਨੂੰ ਫੜਿਆ। ਲੋਕਾਂ ਨੇ ਵੀ ਉਹਦੀ ਪੁਕਾਰ ਨੂੰ, ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਇੱਕ ਤਰ੍ਹਾਂ ਦੀ ਕੀਤੀ, ਉਹਨੂੰ ਕਹਿ ਲਓ ਵੀ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ। ਉਹਨੂੰ ਦੱਸਿਆ ਕਿ ਲੋਕ, ਉਹ ਐਕਚੁਅਲੀ ਚ ਮਿਸਗਾਈਡ ਨਹੀਂ ਸੀ, ਉਹ ਸੱਚ ਦੱਸ ਰਹੇ ਸੀਗੇ ਐਕਚੁਅਲੀ ਚ, ਕਿ ਸੱਚਮੁੱਚ ਉੱਥੋਂ ਦੇ ਲੋਕ ਏਦਾਂ ਦੇ ਹੀ ਸੀਗੇ। ਪਰ ਉਸ ਸਮੇਂ ਤੇ ਜੋ ਮੈਨੂੰ ਮਹਿਸੂਸ ਹੋ ਰਿਹਾ, ਜੋ ਮੈਨੂੰ ਲੱਗ ਰਿਹਾ, ਸ਼ਾਇਦ ਉਸ ਸਮੇਂ ਜੁਨਾਹ ਦੇ ਮਨ ਦੇ ਵਿੱਚ ਇਹ ਗੱਲਾਂ ਚੱਲਦੀਆਂ ਹੋਣਗੀਆਂ ਕਿ ਜੋ ਮੈਨੂੰ ਭੇਜ ਰਿਹਾ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਜੋ ਮੈਨੂੰ ਭੇਜ ਰਿਹਾ ਉਹ ਮੈਨੂੰ ਬਚਾਉਣ ਦੀ ਵੀ ਤਾਕਤ ਤਾਂ ਰੱਖਦਾ ਹੀ ਹੋਵੇਗਾ ਨਾ। ਹਾਲੇਲੂਇਆ। ਕਿ ਜੋ ਮੈਨੂੰ ਉੱਥੇ ਭੇਜ ਰਿਹਾ ਉਹਨਾਂ ਦੇ ਵਿੱਚ ਖੁਸ਼ਖਬਰੀ ਦਾ ਵਚਨ ਦੱਸਣ ਦੇ ਲਈ, ਉਹ ਮੈਨੂੰ ਬਚਾਉਣ ਦੀ ਵੀ ਤਾਕਤ ਰੱਖੇਗਾ। ਤੇ ਉਸ ਸ਼ਹਿਰ ਦੇ ਵਿੱਚ ਜਦੋਂ ਉਹ ਅੰਦਰ ਵੜਿਆ, ਅੰਦਰ ਵੜਨ ਸਾਰ ਸ਼ਾਇਦ ਕਈ ਵਾਰ ਸਾਡਾ ਮਕਸਦ ਸਾਨੂੰ ਮਿਲ ਜਾਂਦਾ, ਪਰ ਸਾਨੂੰ ਸਮਝ ਹੀ ਨਹੀਂ ਆਉਂਦੀ ਅਸੀਂ ਸ਼ੁਰੂ ਕਿੱਥੋਂ ਕਰੀਏ ਇਸ ਨੂੰ,
ਜਾਂ ਅਸੀਂ ਕਿਸ ਤਰ੍ਹਾਂ ਇਸ ਗੱਲਬਾਤ ਨੂੰ ਆਗਾਜ਼ ਕਰ ਸਕਦੇ ਹਾਂ, ਜਾਂ ਕਿਸ ਤਰ੍ਹਾਂ ਅਸੀਂ ਇਹਦੇ ਸਿਰੇ ਤੇ ਪਹੁੰਚ ਸਕਦੇ ਹਾਂ, ਜਾਂ ਹੁਣ ਸਾਨੂੰ ਇਸ ਸਮੇਂ ਕੀ ਕਰਨਾ ਚਾਹੀਦਾ ਇਸ ਮਕਸਦ ਦੇ ਲਈ, ਜਾਂ ਸਾਡੀ ਜੋ ਬੁਲਾਹਟ ਹੈ, ਜਾਂ ਸਾਡੀ ਕੋਈ ਗੱਲਬਾਤ ਹੈ ਪਰਮੇਸ਼ਰ ਦੇ ਹਜ਼ੂਰ, ਜਾਂ ਅਸੀਂ ਜੋ ਕਰ ਰਹੇ ਹਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ। ਪਰ ਯੂਨਾਹ ਨੇ ਨਹੀਂ ਸੋਚਿਆ। ਯੂਨਾਹ ਗਿਆ, ਸਿੱਧਾ ਗਿਆ, ਜਾਣ ਸਾਰ ਉਹਨੇ ਲੋਕਾਂ ਦੇ ਵਿੱਚ ਕੀ ਉਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਅੱਜ ਤੋਂ 40 ਦਿਨਾਂ ਨੂੰ, ਅੱਜ ਤੋਂ 40 ਦਿਨਾਂ ਨੂੰ ਜਿਹੜਾ ਨੀਨਵਾ ਸ਼ਹਿਰ ਕੀ ਢਾਇਆ ਜਾਵੇਗਾ, ਖਤਮ ਕੀਤਾ ਜਾਵੇਗਾ। ਦਿਨ ਘਟਦੇ ਗਏ, ਉਹ ਦਿਨ ਘਟਾਉਂਦਾ ਗਿਆ ਕਿ ਅੱਜ ਤੋਂ 39 ਦਿਨ, ਅੱਜ ਤੋਂ 38 ਦਿਨ, ਅੱਜ ਤੋਂ 37 ਦਿਨ, ਅੱਜ ਤੋਂ 36 ਦਿਨ, ਅੱਜ ਤੋਂ ਕਿਉਂ ਪ੍ਰਚਾਰ ਕਰਦਾ ਗਿਆ, ਦੱਸਦਾ ਗਿਆ। ਉਹ ਡਰਿਆ ਨਹੀਂ। ਬਥੇਰੇ ਲੋਕਾਂ ਨੇ ਵੀ ਆ ਕੇ ਕਿਹਾ ਕਿ ਕੀ ਬੋਲ ਰਿਹਾ, ਇਹ ਕਿਸ ਦੀ ਗੱਲਬਾਤ ਕਰ ਰਿਹਾ, ਕੌਣ ਨੀਨਵਾ ਸ਼ਹਿਰ ਨੂੰ ਢਾ ਦੇਵੇਗਾ। ਸੋਚੋ, ਸਮਝੇ ਮੇਰੀ ਗੱਲ ਨੂੰ? ਕਿਉਂ? ਪਰ ਉਹ ਡਰਿਆ ਨਹੀਂ, ਉਹ ਘਬਰਾਇਆ ਨਹੀਂ, ਉਸਨੇ ਉਸ ਮਕਸਦ ਨੂੰ ਫੜੀ ਰੱਖਿਆ, ਉਸ ਗੱਲਬਾਤ ਨੂੰ ਫੜੀ ਰੱਖਿਆ। ਲੋਕ ਸੁਣ ਰਹੇ ਸੀ, ਨਹੀਂ ਸੁਣ ਰਹੇ ਸੀ, ਉਹਨੂੰ ਪਰਵਾਹ ਨਹੀਂ ਸੀਗੀ, ਪਰ ਉਹ ਉਸ ਕੰਮ ਨੂੰ ਪੂਰਾ ਕਰ ਰਿਹਾ ਸੀ ਜੋ ਪਰਮੇਸ਼ਰ ਨੇ ਉਹਨੂੰ ਕਿਹਾ ਸੀਗਾ। ਉਸ ਮਕਸਦ ਦੇ ਵਿੱਚ ਲੱਗ ਗਿਆ ਟੋਟਲੀ। ਤੇ ਸਾਨੂੰ ਵੀ ਉਸੇ ਤਰੀਕੇ ਕਰਨ ਦੀ ਜ਼ਰੂਰਤ ਹੈ। ਅੱਗੇ ਤੁਹਾਨੂੰ ਕਹਾਣੀ ਦਾ ਪਤਾ ਹੈ, ਅੱਗੇ ਦੀ ਮੈਂ ਕਹਾਣੀ ਜ਼ਿਆਦਾ ਤੁਹਾਨੂੰ ਨਹੀਂ ਦੱਸਾਂਗਾ ਕਿ ਕੀ ਹੋਇਆ। ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ ਨੀਨਵਾ ਸ਼ਹਿਰ ਦੇ ਲੋਕ ਸੀ ਉਹਨਾਂ ਨੇ ਪਛਤਾਵਾ ਕੀਤਾ, ਠੀਕ ਹੈ। ਪਛਤਾਵਾ ਕਰਕੇ ਉਹ ਵਾਪਸ ਆਏ ਤੇ ਪਰਮੇਸ਼ਰ ਨੇ ਉਹਨਾਂ ਦੇ ਉੱਤੇ ਦਇਆ ਵੀ ਕੀਤੀ ਸੀ ਕਿ ਨੀਨਵਾ ਸ਼ਹਿਰ ਨੂੰ ਨਹੀਂ ਤਬਾਹ ਕੀਤਾ ਸੀਗਾ, ਕਿਉਂਕਿ ਉਹਨਾਂ ਨੇ ਪਛਤਾਤਾਪ ਕੀਤਾ। ਪਰ ਮੇਰੀ ਇਸ ਕਹਾਣੀ ਦੇ ਵਿੱਚੋਂ ਮੇਨ ਮਕਸਦ, ਜੋ ਮੇਨ ਗੱਲਬਾਤ ਹੈ ਕਿ ਅਗਰ ਤੇ ਸਾਨੂੰ ਮਕਸਦ ਮਿਲ ਚੁੱਕਿਆ ਅੱਜ, ਤਾਂ ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੀਏ ਕਿ ਅਸੀਂ ਉਸ ਮਕਸਦ ਦੇ ਵਿੱਚ ਬਣੇ ਰਹੀਏ। ਡਰੀਏ ਨਾ, ਘਬਰਾਈਏ ਨਾ। ਸਮਾਂ ਜ਼ਰੂਰ ਲੱਗੇਗਾ ਪਰ ਸਮਾਂ ਬਿਹਤਰ ਆਵੇਗਾ, ਕਿਉਂਕਿ ਪਰਮੇਸ਼ਰ ਨੇ ਸਮਾਂ ਸਾਡੇ ਲਈ ਠਹਿਰਾਇਆ ਕਿ ਅਸੀਂ ਉਸ ਮਕਸਦ ਦੇ ਵਿੱਚ, ਉਸ ਬੁਲਾਹਟ ਦੇ ਵਿੱਚ, ਉਸ ਗੱਲਬਾਤ ਦੇ ਵਿੱਚ, ਜਿਸ ਲਈ ਸਾਨੂੰ ਪਰਮੇਸ਼ਰ ਨੇ ਆਪਣੇ ਵਿੱਚ ਬੁਲਾਇਆ, ਅਸੀਂ ਉਸ ਨੂੰ ਪੂਰਾ ਕਰ ਸਕੀਏ। ਅਗਰ ਅੱਜ ਤੱਕ ਸਾਡੀ ਜ਼ਿੰਦਗੀਆਂ ਦੇ ਵਿੱਚ ਮਕਸਦ ਸਾਨੂੰ ਨਹੀਂ ਪਤਾ, ਹਜੇ ਤੱਕ ਵੀ ਸਾਨੂੰ ਨਹੀਂ ਪਤਾ ਸੀ ਕਿ ਕਰਨਾ ਕੀ ਹੈ ਮਸੀਹਤ ਜ਼ਿੰਦਗੀ ਦੇ ਵਿੱਚ, ਦੇਖੋ ਦੁਨਿਆਵੀ ਨਹੀਂ ਮੈਂ ਕਹਿ ਰਿਹਾ, ਮਸੀਹਤ ਜ਼ਿੰਦਗੀ ਦੇ ਵਿੱਚ, ਆਤਮਿਕ ਜ਼ਿੰਦਗੀ ਦੇ ਵਿੱਚ ਸਾਨੂੰ ਹਜੇ ਤੱਕ ਸਾਡਾ ਮਕਸਦ ਹੀ ਨਹੀਂ ਪਤਾ ਚੱਲਿਆ ਕਿ ਅਸੀਂ ਕੀ ਕਰਨਾ ਜਾਂ ਕੀ ਨਹੀਂ ਕਰਨਾ, ਤਾਂ ਅੱਜ ਜ਼ਰੂਰਤ ਹੈ ਸਾਨੂੰ ਪ੍ਰਾਰਥਨਾ ਕਰਕੇ ਪਰਮੇਸ਼ਰ ਤੋਂ ਮੰਗਣ ਦੀ। ਕਿਉਂਕਿ ਇਹ ਜ਼ਰੂਰੀ ਹੈ ਕਿ ਅਸੀਂ ਐਤਵਾਰ ਨੂੰ ਆਈਏ ਜਾਂ ਇਹਦਾ ਮੀਟਿੰਗ ਦੇ ਵਿੱਚ ਆਈਏ, ਪ੍ਰਚਾਰ ਸੁਣੀਏ, ਵਰਸ਼ਿਪ ਕਰੀਏ, ਨਹੀਂ, ਇਹ ਜ਼ਰੂਰੀ ਹੈ। ਪਰ ਉਹਦੇ ਨਾਲ ਨਾਲ ਇੱਕ ਗੱਲ ਇਹ ਵੀ ਜ਼ਰੂਰੀ ਹੈ ਕਿ ਸਾਡਾ ਮਕਸਦ ਮਸੀਹ ਜ਼ਿੰਦਗੀ ਦੇ ਵਿੱਚ ਹੋਣਾ ਬੜਾ ਜ਼ਰੂਰੀ ਹੈ। ਅਗਰ ਸਾਡੀ ਜ਼ਿੰਦਗੀ ਦੇ ਵਿੱਚ ਮਕਸਦ ਨਹੀਂ ਹੈ ਤੇ ਅਸੀਂ ਸਿਰਫ ਏਦਾਂ ਮੀਟਿੰਗਾਂ ਦੇ ਵਿੱਚ ਆ ਕੇ ਹੀ ਬੈਠ ਰਹੇ ਹਾਂ, ਤੇ ਪਰਮੇਸ਼ਰ ਦੇ ਰਾਜ ਦੇ ਲਈ ਕੋਈ ਮਦਦ ਨਹੀਂ ਹੋ ਜਾਊਗੀ। ਸਾਨੂੰ ਜ਼ਰੂਰਤ ਹੈ ਅੱਜ ਕਿ ਜੇ ਸਾਡੇ ਲਈ ਕਿਸੇ ਨੇ ਉਸ ਮਕਸਦ ਨੂੰ ਬਣਾਇਆ ਕਿ ਅਸੀਂ ਪਰਮੇਸ਼ਰ 'ਚ ਬਚਾਏ ਗਏ ਸੀਗੇ, ਤੇ ਅੱਜ ਸਾਨੂੰ ਵੀ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਤੋਂ ਮੰਗੀਏ ਕਿ ਪਰਮੇਸ਼ਰ ਮੈਨੂੰ ਮਕਸਦ ਦੇ, ਕੀ ਤੇਰੀ ਗੱਲਬਾਤ ਹੈ, ਕੀ ਤੇਰੀ ਬੁਲਾਹਟ ਹੈ ਮੇਰੇ ਲਈ, ਕਿ ਮੈਂ ਤੇਰੇ ਰਾਜ ਲਈ ਉਸ ਨੂੰ ਯੂਜ਼ ਕਰ ਸਕਾਂ, ਵਰਤ ਸਕਾਂ, ਤਾਂ ਕਿ ਮੈਂ ਉਸ ਦੇ ਲਈ ਇੱਕ ਅੱਛਾ ਤੇ ਬਿਹਤਰ ਫਲ ਹੈ ਜਿਹੜਾ ਤੇਰੇ ਅੱਗੇ ਲਿਆ ਸਕਾਂ। ਤਾਂ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਉਸ ਚੀਜ਼ ਦੇ ਲਈ, ਮਕਸਦ ਮੰਗ ਸਕਦੇ ਹਾਂ। ਅਗਰ ਸਾਨੂੰ ਮਕਸਦ ਅੱਜ ਪਰਮੇਸ਼ਰ ਦਾ ਸਾਡੇ ਹਜ਼ੂਰ ਸਾਨੂੰ ਮਿਲ ਚੁੱਕਿਆ, ਸਾਡੇ ਨਾਲ ਪਰਮੇਸ਼ਰ ਨੇ ਰੂਬਰੂ ਗੱਲਬਾਤ ਕੀਤੀ ਹੈ ਕਿ ਹਾਂਜੀ ਇਹ ਖਾਸ ਗੱਲਬਾਤ ਤੇਰੇ ਲਈ ਹੈ ਤੇ ਤੁਸੀਂ ਇਸ ਤਰ੍ਹਾਂ ਕਰਨਾ, ਜਿਵੇਂ ਕਿ ਲਾਸਟ ਰੀਸੈਂਟਲੀ ਸ਼ਬਦ ਲਈ ਪ੍ਰੋਫੈਸਿਸ ਹੋਈਆਂ ਸੀਗੀਆਂ। ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਤੁਹਾਨੂੰ। ਸ਼ਬਦ ਲਈ ਪ੍ਰੋਫੈਸਿਸ ਹੋਈਆਂ ਸੀ ਕਿ ਤੂੰ ਰਾਜ ਦੀ ਭਾਲ ਕਰ, ਕਿਸੇ ਲਈ ਸ਼ਾਇਦ ਇਹ ਪ੍ਰੋਫੈਸੀ ਹੋਈ ਸੀ ਕਿ ਤੂੰ ਰਾਜ ਦੀ ਲਈ ਭਾਲ ਕਰ, ਜੋ ਵੀ ਤੈਨੂੰ ਚੀਜ਼ਾਂ ਚਾਹੀਦੀਆਂ ਤੇਰੇ ਮਗਰ ਪੈ ਕੇ ਤੈਨੂੰ ਮਿਲਣਗੀਆਂ। ਕਿਸੇ ਲਈ ਪ੍ਰੋਫੈਸੀ ਹੋਈ ਸੀ ਤੇਰੇ ਲਈ ਆਹ ਹੋ ਜਾਊਗਾ, ਤੇਰੇ ਲਈ ਆਹ ਹੋ ਜਾਊ। ਇਹ ਬਹੁਤ ਪ੍ਰੋਫੈਸਿਸ, ਬਹੁਤ ਭਵਿੱਖਬਾਣੀਆਂ ਸੀ ਜਿਹੜੀਆਂ ਖੁਦਾ ਦੇ ਦਾਸ ਦੀ ਤਰਫ ਤੋਂ ਸਾਡੇ ਲਈ ਹੋਈਆਂ। ਪਰਮੇਸ਼ਰ ਨੇ ਤਾਂ ਸਾਡੇ ਲਈ ਕੁਛ ਨਾ ਕੁਛ ਠਹਿਰਾ ਦਿੱਤਾ ਉਸ ਸਮੇਂ ਤੇ, ਪਰ ਉਹ ਪੂਰਾ ਤਦੇ ਹੋਵੇਗਾ ਜਦ ਅਸੀਂ ਉਸ ਚੀਜ਼ ਨੂੰ ਲੈ ਕੇ, ਉਸ ਨੂੰ ਦੁਆ ਦੇ ਵਿੱਚ ਰੱਖ ਕੇ, ਉਸ ਮਕਸਦ ਦੇ ਮੁਤਾਬਕ ਕੁਛ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਨਹੀਂ ਤੇ ਪ੍ਰੋਫੈਸੀਆਂ ਹਜ਼ਾਰਾਂ ਵੀ ਹੋ ਜਾਣਗੀਆਂ, ਉਹ ਪੂਰੀਆਂ ਨਹੀਂ ਹੋਣਗੀਆਂ ਜੇ ਅਸੀਂ ਸਹੀ ਨਹੀਂ ਹੋਵਾਂਗੇ। ਸਾਨੂੰ ਵੀ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਦੇ ਮਕਸਦ ਦੇ ਵਿੱਚ ਬਣੀਏ। ਜੋ ਗਲਤੀ ਯੂਨਾਹ ਨੇ ਇੱਕ ਵਾਰ ਕੀਤੀ, ਅਸੀਂ ਇੱਕ ਵਾਰ ਵੀ ਨਾ ਕਰਨ ਵਾਲੇ ਬਣੀਏ। ਜੋ ਗਲਤੀ ਯੂਨਾਹ ਨੇ ਇੱਕ ਵਾਰ ਕੀਤੀ, ਅਸੀਂ ਇੱਕ ਵਾਰ ਵੀ ਨਾ ਕਰੀਏ। ਅਗਰ ਕਰੀਏ ਤੇ ਸਾਨੂੰ ਯੂਨਾਹ ਵਰਗਾ ਦਿਲ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਹੰਬਲ ਹੋ ਕੇ ਪਰਮੇਸ਼ਰ ਤੋਂ ਮਾਫੀ ਮੰਗ ਕੇ ਉਹਨੂੰ ਕਹੀਏ ਕਿ ਹਾਂ ਇਹ ਤੇਰੇ ਹਜ਼ੂਰ ਮੈਂ ਗਲਤੀ ਕੀਤੀ ਹੈ, ਮੈਨੂੰ ਮਾਫ ਕਰ। ਤੇ ਦੂਜੀ ਵਾਰੀ ਉਹ ਤੋਂ ਮੌਕਾ ਲੈ ਕੇ ਅਸੀਂ ਉਸ ਮਕਸਦ ਨੂੰ ਉੱਥੋਂ ਹੀ ਕੰਟੀਨਿਊ ਕਰ ਸਕਦੇ ਹਾਂ, ਕਿਉਂਕਿ ਪਰਮੇਸ਼ਰ ਸਾਨੂੰ ਮਾਫ ਕਰ ਸਕਦਾ। ਉਹਦੀ ਦਇਆ ਤੇ ਉਹਦੀ ਕਿਰਪਾ ਸਾਡੇ ਲਈ ਵੱਡੀ ਤੇ ਮਹਾਨ ਹੈ। ਹਾਲੇਲੂਇਆ। ਸੋ ਇਹ ਚੀਜ਼ਾਂ ਨੇ ਕਿ ਅਸੀਂ ਪਰਮੇਸ਼ਰ ਦੇ ਮਕਸਦ ਦੇ ਵਿੱਚ ਬਣੀਏ,
ਅਗਰ ਮਕਸਦ ਨਹੀਂ ਮਿਲਿਆ ਤਾਂ ਪ੍ਰਾਰਥਨਾ ਕਰਕੇ ਪਰਮੇਸ਼ਰ ਤੋਂ ਲਈਏ ਤੇ ਅਸੀਂ ਉਹਦੇ ਕਦੇ ਵੀ ਉਲਟ ਦਿਸ਼ਾ ਦੇ ਵਿੱਚ ਨਾ ਜਾਈਏ, ਤਾਂ ਕਿ ਅਸੀਂ ਹਰ ਇੱਕ ਚੀਜ਼ ਜੋ ਬਿਹਤਰ ਹੈ ਪਰਮੇਸ਼ਰ ਦੇ ਮੁਤਾਬਕ ਅਸੀਂ ਉਸ ਨੂੰ ਕਰ ਪਾਈਏ। ਹਾਲੇਲੂਇਆ। ਸੋ ਆਈ ਹੋਪ ਕਿ ਤੁਹਾਨੂੰ ਇਸ ਵਚਨ ਨੇ, ਪਰਮੇਸ਼ਰ ਦੇ ਕਲਾਮ ਤੋਂ ਇਸ ਚੀਜ਼ ਨੇ ਇੱਕ ਹੌਸਲਾ ਦਿੱਤਾ ਹੋਵੇਗਾ, ਇੱਕ ਬਿਹਤਰ ਕੁਛ ਨਾ ਕੁਛ ਮਕਸਦ ਜ਼ਰੂਰ ਬਣਾਇਆ ਹੋਵੇਗਾ ਇਸ ਵਚਨ ਦੇ ਦੌਰਾਨ। ਤੇ ਮੇਰਾ ਪੂਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ ਇਸ ਵਚਨ ਦੇ ਮੁਤਾਬਕ। ਅਗਰ ਕਿਸੇ ਦੀ ਜ਼ਿੰਦਗੀ ਦਾ ਅੱਜ ਤੱਕ ਕੋਈ ਮਕਸਦ ਨਹੀਂ ਸੀ, ਅੱਜ ਖੁਦਾ ਉਹਨੂੰ ਛੂਵੇ ਤੇ ਉਹਨੂੰ ਮਕਸਦ ਦੇਵੇ, ਤਾਂ ਜੋ ਉਹ ਵੀ ਪਰਮੇਸ਼ਰ ਦੇ ਰਾਜ ਦੇ ਲਈ ਯੂਜ਼ ਕੀਤਾ ਜਾ ਸਕੇ। ਹਾਲੇਲੂਇਆ। ਸੋ ਪਰਮੇਸ਼ਰ ਤੁਹਾਨੂੰ ਸਭ ਨੂੰ ਬਰਕਤ ਦੇਵੇ। ਗॉड ब्लेस यू। गॉड ब्लेस यू ब्रदर जी, बहुत बढ़िया प्रचार से ब्रदर जी का। तो सचमुच खुदावंद महान है। तो साडे जीवन ਦੇ ਵਿੱਚ ਕੋਈ ਨਾ ਕੋਈ ਮਕਸਦ ਰੱਖਿਆ ਪਰਮੇਸ਼ਵਰ ਨੇ, ਤੇ ਪ੍ਰਭੂ ਦੀ ਜੋ ਵੀ ਪਲੈਨਿੰਗ ਹੁੰਦੀ ਹੈ ਸਾਡੇ ਜੀਵਨ ਦੇ ਵਿੱਚ, ਤੇ ਉਹਨੂੰ ਸਾਨੂੰ ਜਾਣਨ ਦੀ ਲੋੜ ਹੈ ਪ੍ਰਭੂ ਤੋਂ। ਜੇ ਕਿਸੇ ਭੈਣ ਭਰਾ ਦੀ ਕਿਸੇ ਨੂੰ ਨਹੀਂ ਪਤਾ ਆਪਣੇ ਮਕਸਦ ਦਾ, ਵੀ ਉਹ ਵੀ ਪ੍ਰਭੂ ਤੋਂ ਮੰਗੇ, ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੇ ਵੀ ਸਾਡਾ ਕੀ ਮਕਸਦ ਹੈ, ਵੀ ਅੱਗੇ ਆਪਾਂ ਪ੍ਰਭੂ ਦੇ ਰਾਜ ਲਈ ਸਾਨੂੰ ਹੋਰ ਵਧੀਆ, ਆਪਾਂ ਪ੍ਰਭੂ ਦੇ ਰਾਜ ਲਈ ਹੋਰ ਆਪਾਂ ਯੂਜ਼ ਕੀਤੇ ਗਏ, ਤੇ ਪ੍ਰਭੂ ਦੇ ਅੱਗੇ ਪ੍ਰਾਰਥਨਾ